सतनाम श्री वाहिगुरु साहिब जीओ। तेरे कमण कमण गुण कह कह गावां, तू साहिब गुणी निदाना। तेरी महिमा बरन न सकूं, तू ठाकर ऊच भगवाना। फरीदा लोड़े दाख बजौरियां, किकर बीजे जट। हंडे उनक ताएं दा पैंदा लोड़े पट। फरीदा साहिब दी कर चाकरी, दिल दी लहा परांद। दरवेशां नूं लोड़ी है रुखां दी जरांद। सो कहो टल गुर सेवीऐ, ऐनस सहज सबाई। दर्शन परसे गुरु कै, जन्म मरण दुख जाई। होवै सिफत कसम की, नूरे अरसों पुरसों चट्टी है। तुद डिठे सच्चे पातशाह, मल जन्म जन्म दी कटी है। मल जन्म जन्म दी कटी है। सज्जन सच्चा पातशाह, सिर शाहां दे शाह। जिस पास बैठिया सोही है, सबना दा विसार। वाहिगुरु जी का खालसा, वाहिगुरु जी की फतेह। परम सन्मानयोग साध संगत जी, गुरु प्यारी साजी नवाजी, प्यारी साध संगत जी, अज आपां 10वीं अष्टपदी दे जिहड़े सुखमनी साहिब जी की बाणी जिहड़ी आ, इहदा सलोक है पहला आरंभ विच आउंदा है, वो आपां चारण करदे हां। सब तो पहलां फतेह दी सांझ पाईए। वाहिगुरु जी का खालसा, वाहिगुरु जी की फतेह। गुरु प्यारी साध संगत जी, आपां लड़ीवार श्री गुरु अर्जन देव जी द्वारा चारी गई बाणी सुखमनी साहिब जी की जिहड़ी है, इहदी व्याख्या जां भावर्थ करते आ रहे हैं। भावर्थ करदिआं एक नहीं नेक प्रकार दीआं दास कोलों जिहड़ियां भुल्लां गलतियां हो गईयां होणगीआं, और अनजान बच्चे जान के दास नूं जिहड़ा वा वो खिमा करनी। और गुरु महाराज सच्चे पातशाह जी मेहर करन, साडे ते हत्थ मेहरां भरे हत्थ रखन सरबत साध संगत उपर, जिहड़े भी गुरबाणी नूं सरवण करदे आ, शब्दां नूं सुणदे आ जां सुन रहे आ, सारिआं नूं परमात्मा जिहड़ा वा तंदुरुस्त रखे, राजी बाजी रखे और खुशियां बख्शे, तरक्कियां बख्शे। गुरु साहिबान 10वीं अष्टपदी के आरंभ में फरमाउंदे ने कि उस्तत करें अनेक जाने अंत न पारावार। नानक रचना प्रभ रची, बहु विधि अनक प्रकार। गरीब नवाज साहिब श्री गुरु अर्जन देव जी फरमाउंदे कि परमात्मा की उस्तत जिहड़े आ अनेक जन कर रहे हैं, यानी कि बहुत सारे लोग जिहड़े आ वो परमात्मा की जिहड़ी वडियाई कर रहे हैं, सिफत सलाह कर रहे हैं, पर परमात्मा का कोई अंत नहीं। कहन तो भाव कि वह कोई मेच बना नहीं, वो हर थां व्यापक है, सर्व व्यापक है, सर्व शक्तिमान है, सर्व कला भरपूर है। और कहते नानक रचना प्रभ रची, बहु विध अनक प्रकार।
ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਪਰਮਾਤਮਾ ਨੇ ਕਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਅਨੇਕਾਂ ਕਿਸਮਾਂ ਦੀ ਜਿਹੜੀ ਆ ਉਹ ਸ੍ਰਿਸ਼ਟੀ ਦੇ ਵਿੱਚ ਰਚਨਾ ਕੀਤੀ ਆ। ਕਹਿਣ ਤੋਂ ਭਾਵ ਕਿ ਜਿਹੜਾ ਆਪਾਂ ਸੁਣਦੇ ਆ ਰਹੇ ਹਾਂ ਕਿ 84 ਲੱਖ ਜੂਨਾਂ ਨੇ, ਔਰ ਕੁਝ ਪਾਣੀ ਵਿੱਚ ਰਹਿੰਦੀਆਂ, ਕੁਝ ਧਰਤੀ 'ਤੇ ਰਹਿੰਦੀਆਂ ਵਾ। ਅਤੇ ਕਹਿਣ ਤੋਂ ਮਤਲਬ ਆਪਣਾ ਇਹ ਆ ਕਿ ਸਾਰੀਆਂ ਦਾ ਜਿਹੜਾ ਰਚਨਦਾਤਾ ਵਾ ਉਹ ਪਰਮਾਤਮਾ ਵਾ। ਔਰ ਜਿਹੜੀ ਸ੍ਰਿਸ਼ਟੀ ਰਚੀ ਆ, ਇਹ ਬ੍ਰਹਿਮੰਡ ਦਾ ਪਸਾਰਾ ਕੀਤਾ ਵਾ, ਸਾਰਿਆਂ ਦਾ ਜਿਹੜਾ ਮਾਲਕ ਆ ਉਹ ਪਰਮਾਤਮਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਆ ਕਿ ਪਰਮਾਤਮਾ ਨੇ ਆਪਣੇ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਔਰ ਕੁਦਰਤ ਜਿਹੜੀ ਸਾਡੇ ਸਾਹਮਣੇ ਜਿਹੜੀ ਆ ਉਹ ਸਾਨੂੰ ਚੰਬਤ ਕਰਦੀ, ਹੈਰਾਨ ਕਰਦੀ ਆ ਕਿ ਕਿਸ ਤਰ੍ਹਾਂ ਆਪਣੇ ਤਰੀਕੇ ਦੇ ਨਾਲ ਚੱਲ ਰਹੀ ਹੈ, ਕਿਸ ਤਰ੍ਹਾਂ ਦਿਨ ਰਾਤ ਜਿਹੜੇ ਬਣੇ ਆ, ਔਰ ਕਿਸ ਤਰ੍ਹਾਂ ਧਰਤੀ ਥੱਲਿਓਂ ਪਾਣੀ ਨਿਕਲਦਾ ਵਾ, ਧਰਤੀ ਦੇ ਬੀਜ ਉਗਦੇ ਆ, ਔਰ ਫਸਲ ਬਣ ਕੇ ਦਾਣੇ ਬਣਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਖਾਂਦੇ ਹਾਂ, ਭੋਗਦੇ ਹਾਂ, ਔਰ ਪਾਣੀ ਅਸੀਂ ਪੀਂਦੇ ਹਾਂ, ਔਰ ਧੁੱਪ ਜਿਹੜੀ ਆ ਉਹਦਾ ਨਿੱਘ ਮਾਣਦੇ ਹਾਂ। ਸੋ ਸਾਰੇ ਕੁਝ ਜਿਹੜਾ ਕੁਦਰਤ ਦੇ ਵਿੱਚ ਮੌਜੂਦ ਹੈ, ਉਸ ਪਰਮਾਤਮਾ ਨੇ ਜਿਹੜਾ ਸਭ ਕੁਝ ਸਾਨੂੰ ਦਿੱਤਾ ਵਾ। ਪਰਮਾਤਮਾ ਨੇ ਸਾਡੇ ਵਾਸਤੇ ਜਿਹੜਾ ਵਾ ਸਾਰਾ ਪ੍ਰਬੰਧ ਕੀਤਾ ਵਾ। ਜਿਵੇਂ ਇੱਕ ਛੋਟਾ ਬੱਚਾ ਜਿਹੜਾ ਹੁੰਦਾ, ਉਹਨੂੰ ਪੈਦਾਇਸ਼ ਤੋਂ ਪਹਿਲਾਂ, ਉਹਦੇ ਜੰਮਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਗਰਭ ਦੇ ਵਿੱਚ ਵੀ ਉਹਦੇ ਖਾਣ ਦਾ ਪ੍ਰਬੰਧ ਕੀਤਾ ਹੁੰਦਾ। ਔਰ ਜਦੋਂ ਉਹ ਜੰਮਦਾ ਵਾ, ਧਰਤੀ 'ਤੇ ਆਉਂਦਾ ਵਾ, ਦੁਨੀਆ ਦੇ ਵਿੱਚ ਆਉਂਦਾ ਵਾ, ਉਦੋਂ ਵੀ ਉਹਨੂੰ ਮਾਂ ਦਾ ਦੁੱਧ ਜਿਹੜਾ ਵਾ ਉਸ ਗਾਂ ਦੇ ਰੂਪ ਵਿੱਚ ਮਿਲਦਾ। ਜਾਣੀ ਕਿ ਪਹਿਲਾਂ ਜਿਹੜਾ ਉਹਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਹਰੇਕ ਜੀਵ ਦਾ। ਇਹ ਨਹੀਂ ਮਨੁੱਖ ਜਾਤੀ ਦਾ ਹੀ, ਸਭ ਜਿਹੜੇ ਪਸ਼ੂ ਪੰਛੀ ਸਾਰਿਆਂ ਦਾ ਹੀ ਪਰਮਾਤਮਾ ਨੇ ਜਿਹੜਾ ਆਪਣੇ ਇੱਕ ਵਿਧੀ ਵਿਧਾਨ ਬਣਾਇਆ, ਇੱਕ ਤਰੀਕਾ ਬਣਾਇਆ, ਔਰ ਉਹਦੇ ਮੁਤਾਬਕ ਜਿਹੜਾ ਵਾ ਜੀਵਨ ਸਾਰਾ ਚੱਲਦਾ। ਅਸੀਂ ਤਾਂ ਸਿਰਫ ਆਪਣੀ ਫਿਕਰ ਕਰਦੇ ਹਾਂ, ਆਪਣੇ ਬਾਰੇ ਸੋਚਦੇ ਹਾਂ, ਲੇਕਿਨ ਪਰਮਾਤਮਾ ਨੂੰ ਸਾਰਿਆਂ ਦਾ ਫਿਕਰ ਆ। ਉਹ ਸਭ ਦੀ ਚਿੰਤਾ ਕਰਦਾ ਔਰ ਸਭ ਨੂੰ ਦਿੰਦਾ ਵਾ। ਦਿੰਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜਗੰਤਰ ਖਾਈ ਖਾਏ। ਜੁਗਾ ਜਗੰਤਰਾਂ ਤੋਂ ਲੋਕ ਜਿਹੜੇ ਆ ਉਹ ਖਾਂਦੇ ਆ ਰਹੇ ਆ, ਪਾ ਰਹੇ ਆ, ਹੰਡਾਉਂਦੇ ਆ ਰਹੇ ਆ। ਅਸੀਂ ਲੈਂਦੇ ਥੱਕ ਜਾਂਦੇ ਹਾਂ, ਲੇਕਿਨ ਪਰਮਾਤਮਾ ਜਿਹੜਾ ਵਾ ਉਹ ਨਹੀਂ ਥੱਕਦਾ, ਉਹ ਸਾਨੂੰ ਦੇਈ ਜਾਂਦਾ। ਕਿਸੇ ਨਾ ਕਿਸੇ ਤਰ੍ਹਾਂ ਉਹਨੇ ਸਾਡਾ ਹਰ ਇੱਕ ਜੀਵ ਦਾ ਜਿਹੜਾ ਪ੍ਰਬੰਧ ਕੀਤਾ ਵਾ। ਪਰਮਾਤਮਾ ਨੇ ਸਾਨੂੰ ਸੁੰਦਰ ਸਰੀਰ ਦਿੱਤਾ ਵਾ, ਹੱਥ ਪੈਰ ਦਿੱਤੇ, ਅੱਖਾਂ ਦਿੱਤੀਆਂ ਜਗਤ ਤਮਾਸ਼ਾ ਵੇਖਣ ਵਾਸਤੇ, ਔਰ ਹੱਥ ਦਿੱਤੇ ਆ ਮਿਹਨਤ ਕਰਨ ਵਾਸਤੇ, ਪੈਰ ਦਿੱਤੇ ਚੱਲਣ ਵਾਸਤੇ। ਜਾਣੀ ਕਿ ਸੋਹਣਾ ਜਿਹੜਾ ਸਰੀਰ ਦਿੱਤਾ ਵਾ, ਦੇਹ ਦਿੱਤੀ ਆ, ਪਰਿਵਾਰ ਜਿਹੜਾ ਸਾਨੂੰ ਦਿੱਤਾ ਵਾ। ਇਸ ਕਰਕੇ ਸਾਨੂੰ ਹਰ ਵੇਲੇ ਉਸ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਨਾ ਚਾਹੀਦਾ ਵਾ। ਔਰ ਉਹਦਾ ਕੋਈ ਜਿਹੜਾ ਵਾ ਅੰਤ ਨਹੀਂ ਪਰਮਾਤਮਾ ਦਾ, ਹਰੇਕ ਚੀਜ਼ ਦਾ ਉਹਨੇ ਪ੍ਰਬੰਧ ਕੀਤਾ ਵਾ। ਅਤੇ ਸਾਨੂੰ ਜਿਹੜਾ ਵਾ ਉਹਦਾ ਜਿਹੜਾ ਸ਼ੁਕਰਾਨਾ ਕਹਿਣ ਤੋਂ ਭਾਵ ਇਹ ਆ ਕਿ ਉਹਦਾ ਨਾਮ ਜਪਣਾ ਚਾਹੀਦਾ ਵਾ, ਔਰ ਉਹਦੇ ਗੁਣ ਗਾਉਣੇ ਚਾਹੀਦੇ ਆ। ਕਿਉਂਕਿ ਇਹ ਜਿਹੜਾ ਸਰੀਰ ਮਿਲਿਆ ਵਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਇਹ ਜਿਹੜਾ ਜਨਮ ਮਿਲਿਆ ਸਾਨੂੰ, ਇਹ ਪਰਮਾਤਮਾ ਨੇ ਸਾਨੂੰ ਇਸੇ ਕਰਕੇ ਦਿੱਤਾ ਵਾ ਕਿ ਅਸੀਂ ਉਹਦੇ ਗੁਣ ਗਾ ਸਕੀਏ। ਕਿਉਂਕਿ ਵੇਖੋ, ਸੰਸਾਰ ਵਿੱਚ ਜਦੋਂ ਬੰਦਾ ਆਉਂਦਾ ਖਾਲੀ ਹੱਥ ਆਉਂਦਾ, ਅਤੇ ਖਾਲੀ ਹੱਥ ਹੀ ਸੰਸਾਰ ਤੋਂ ਜਾਂਦਾ। ਲੇਕਿਨ ਜਿਹੜੀ ਕਮਾਈ ਆ ਉਹ ਗੁਣਾਂ ਦੀ ਆ। ਜੇ ਤਾਂ ਅਸੀਂ ਕੀਤੇ ਹੋਣਗੇ ਪਰਮਾਤਮਾ ਦੇ ਨਾਲ, ਉਹਦੇ ਗੁਣ ਕੀਤੇ ਹੋਣਗੇ, ਕਹਿਣ ਤੋਂ ਭਾਵ ਕਿ ਉਹਦਾ ਨਾਮ ਜਪਿਆ ਹੋਊਗਾ, ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਫਰਮਾਇਆ, ਨਾਮ ਰੂਪੀ ਕਮਾਈ ਜਿਹੜੀ ਉਹ ਆਉਂਦੀ ਦਰਗਾਹ ਦੇ ਵਿੱਚ ਕੰਮ ਆਉਣੀ ਹੈ। ਬਾਕੀ ਜਿਹੜੇ ਪਦਾਰਥ ਆ ਉਹ ਇੱਥੇ ਰਹਿ ਜਾਣੇ ਸੰਸਾਰ ਵਿੱਚ। ਬੇਸ਼ੱਕ ਇਨਸਾਨ ਆਪਣੇ ਧੀਆਂ ਪੁੱਤਾਂ ਵਾਸਤੇ ਕਰਦਾ ਵਾ ਕੰਮ, ਉਹਨੂੰ ਕਰਨੇ ਵੀ ਚਾਹੀਦੇ ਆ, ਕਿਉਂਕਿ ਇਹ ਕੁਦਰਤ ਦਾ ਅਸੂਲ ਆ, ਨਿਯਮ ਆ
ਕਿ ਹਰੇਕ ਜਿਹੜਾ ਮਾਂ ਪਿਓ ਆਪਣੇ ਬੱਚਿਆਂ ਵਾਸਤੇ ਜਿਹੜਾ ਵਾ ਉਹਨਾਂ ਦਾ ਪਾਲਣ ਪੋਸ਼ਣ ਕਰਦਾ, ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਦਾ। ਲੇਕਿਨ ਇਹਦੇ ਨਾਲ ਨਾਲ ਅਸੀਂ ਪਰਮਾਤਮਾ ਦਾ ਨਾਮ ਲੈਣਾ ਨਹੀਂ ਭੁੱਲਣਾ, ਉਹਨੂੰ ਹਮੇਸ਼ਾ ਯਾਦ ਰੱਖਣਾ, ਕਿਉਂਕਿ ਉਹ ਦਿੰਦਾ ਵਾ ਅਤੇ ਅਸੀਂ ਪ੍ਰਬੰਧ ਕਰਨ ਜੋਗੇ ਹੋਏ ਹਾਂ। ਪਰਮਾਤਮਾ ਦੀ ਕਿਰਪਾ ਹੋਵੇ, ਸ਼ਕਤੀ ਹੋਵੇ, ਉਹ ਹੀ ਸਾਡੇ ਵਿੱਚ ਵਰਤਦੀ ਆ, ਉਹਦੇ ਹੀ ਅਸੀਂ ਆਸਰੇ ਊਟ ਆਸਰੇ ਨਾਲ ਜਿਹੜਾ ਅੱਗੇ ਵੱਧਦੇ ਹਾਂ ਔਰ ਜੀਵਨ ਦਾ ਆਨੰਦ ਮਾਣਦੇ ਹਾਂ। ਆਪਾਂ ਸਾਧ ਸੰਗਤ ਜੀ, ਗੁਰੂ ਸਾਹਿਬਾਨ ਜਿਹੜੇ ਆ ਉਹ ਸਾਡੇ 'ਤੇ ਬਖਸ਼ਿਸ਼ ਕਰਦੇ ਆ। ਆਪਾਂ ਅੱਜ ਜਿਹੜਾ ਵਾ ਤੀਸਰਾ ਪਦਾ ਜਿਹੜਾ ਤੋਂ ਸ਼ੁਰੂ ਕਰਦੇ ਹਾਂ। ਕਈ ਕੋਟ ਸਿੱਧ ਜਤੀ ਜੋਗੀ, ਕਹਿੰਦੇ ਕਈ ਇੱਥੇ ਸਿੱਧ ਜਤੀ ਜੋਗੀ ਹੋਏ ਆ ਜਿਹੜੇ ਵਿਕਾਰਾਂ ਨੂੰ ਵਸ ਵਿੱਚ ਕਰਦੇ ਆ। ਕਰੋੜਾਂ ਜਿਹੜੇ ਆ ਇੱਥੇ ਜੋਗੀ ਆ ਜਿਹੜੇ ਆਪਣੇ ਸਰੀਰ ਨੂੰ ਜਿਹੜਾ ਯੋਗ ਸਾਧਨਾ ਦੇ ਰਾਹੀਂ ਵਿਕਾਰਾਂ ਤੋਂ ਬਚਾਉਣ ਦਾ ਯਤਨ ਕਰਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਜਿਹੜੀ ਆ ਕਿਵੇਂ ਅਸੀਂ ਸੰਜਮ ਨਾਲ ਵਰਤੋਂ ਕਰਨੀ ਹੈ, ਕਿਵੇਂ ਇਸ ਦੁਰਵਰਤੋਂ ਨੂੰ ਰੋਕਣਾ ਵਾ। ਕਿਉਂਕਿ ਜਦੋਂ ਅਸੀਂ ਵਿਕਾਰਾਂ ਵਿੱਚ ਪੈ ਜਾਂਦੇ ਫਿਰ ਸਾਡਾ ਜਿਹੜਾ ਸੰਸਾਰ ਨਾਲੋਂ, ਪਰਮਾਤਮਾ ਨਾਲੋਂ ਸਾਡਾ ਰਿਸ਼ਤਾ ਜਿਹੜਾ ਵਾ ਉਹ ਟੁੱਟ ਜਾਂਦਾ। ਇਹ ਨਹੀਂ ਅਸੀਂ ਸੰਸਾਰ ਨਾਲ ਰਿਸ਼ਤਾ ਨਹੀਂ ਰੱਖਣਾ, ਸੰਸਾਰ ਦੇ ਨਾਲ ਰਿਸ਼ਤਾ ਰੱਖਣਾ ਵਾ, ਲੇਕਿਨ ਕਰਤਾਰ ਦੇ ਨਾਲ ਰਿਸ਼ਤਾ ਸਾਡਾ ਪਹਿਲਾ ਵਾ, ਜਿਹਨੇ ਸਾਨੂੰ ਜਨਮ ਦਿੱਤਾ, ਜਿਹਨੇ ਸਾਨੂੰ ਦੁਨੀਆ 'ਤੇ ਭੇਜਿਆ। ਸੋ ਅੰਜਨ ਮਾਏ ਨਰਈਆਂ ਰਹੀਏ, ਜਿਵੇਂ ਕਮਲ ਦਾ ਫੁੱਲ ਜਿਹੜਾ ਵਾ ਉਹ ਚਿੱਕੜ ਵਿੱਚ ਉੱਗ ਕੇ ਵੀ ਆਪਣੀ ਖੂਬਸੂਰਤੀ ਜਿਹੜੀ ਬਰਕਰਾਰ ਰੱਖਦਾ ਵਾ ਔਰ ਸੋਹਣਾ ਲੱਗਦਾ ਵਾ। ਇਸੇ ਤਰ੍ਹਾਂ ਹੀ ਇੱਕ ਹੋਰ ਉਦਾਹਰਨ ਦਿੱਤੀ ਆ ਕਿ ਜਿਹੜੀ ਬੇੜੀ ਆ ਜਾਂ ਕਿਸ਼ਤੀ ਆ ਉਹ ਸਵਾਰੀਆਂ ਲੈ ਕੇ ਪਾਣੀ ਦੇ ਉੱਤੇ ਤੁਰੀ ਜਾਂਦੀ ਹੈ, ਸਮੁੰਦਰ ਦੇ ਵਿੱਚ ਜਾਂ ਜਿੱਥੇ ਵੀ, ਲੇਕਿਨ ਉਹ ਪਾਣੀ ਦੇ ਉੱਪਰ ਜਾਂਦੀ, ਪਾਣੀ ਵਿੱਚ ਜਦੋਂ ਉਹਦੇ ਵਿੱਚ ਪਾਣੀ ਪੈ ਜਾਂਦਾ ਉਹ ਡੁੱਬ ਜਾਂਦੀ। ਅਸੀਂ ਸੰਸਾਰ ਵਿੱਚ ਰਹਿਣਾ ਪਰ ਵਿਕਾਰਾਂ ਵਿੱਚ ਨਹੀਂ ਡੁੱਬਣਾ, ਵਿਕਾਰਾਂ ਤੋਂ ਦੂਰ ਰਹਿਣਾ ਵਾ। ਔਰ ਗ੍ਰਸਥ ਜੀਵਨ ਜਿਹੜਾ ਵਾ ਉਹਨੂੰ ਗੁਰੂ ਸਾਹਿਬਾਨ ਨੇ ਪ੍ਰਵਾਨਗੀ ਦਿੱਤੀ ਆ, ਉਹ ਰਹਿਤ ਮਰਿਆਦਾ ਦੇ ਨਾਲ ਆਪਣਾ ਜਿਹੜਾ ਜੀਣਾ ਵਾ ਔਰ ਆਪਣੇ ਧਰਮ ਵਿੱਚ ਪੱਕੇ ਰਹਿਣਾ ਵਾ। ਕਹਿੰਦੇ ਕਈ ਸਿੱਧ ਤੋਂ ਭਾਵ ਹੁੰਦਾ ਕਈ ਸਿੱਧੀਆਂ ਜਿਹੜੇ ਆ ਇੱਥੇ ਆਪਣੇ ਪਰਮਾਤਮਾ ਨੂੰ ਮਿਲਣ ਦੇ ਲਈ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਉਪਾਅ ਕਰਦੇ ਆ। ਕਈ ਜਤੀ ਹੁੰਦੇ ਆ ਜਿਹੜੇ ਆਪਣਾ ਵਿਆਹ ਸ਼ਾਦੀ ਨਹੀਂ ਕਰਾਉਂਦੇ, ਕਹਿਣ ਤੋਂ ਭਾਵ ਇਹ ਆ ਕਿ ਉਹ ਵੀ ਜਤੀ ਰਹਿ ਕੇ, ਸਤੀ ਰਹਿ ਕੇ ਅਤੇ ਜੋਗੀ ਜਿਹੜੇ ਆ ਬਣ ਕੇ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦੇ ਆ। ਕਈ ਕਰੋੜ ਜਿਹੜੇ ਲੋਕ ਆ, ਕਈ ਕੋਟ ਰਾਜੇ ਰਸ ਭੋਗੀ, ਕਈ ਜਿਹੜੇ ਵੱਡੇ ਵੱਡੇ ਰਾਜੇ ਆ ਉਹ ਵੀ ਮਾਇਆ ਦਾ ਆਨੰਦ ਮਾਣਦੇ ਆ ਇਸ ਦੁਨੀਆ ਵਿੱਚ। ਔਰ ਕਈ ਕੋਟ ਪੰਖੀ ਸਰਪੇ ਪਾਏ, ਕਈ ਕਰੋੜਾਂ ਜਿਹੜੇ ਇੱਥੇ ਪੰਛੀ ਆ, ਸੱਪ ਆ ਜਿਹੜੇ ਪੈਦਾ ਕੀਤੇ ਆ। ਔਰ ਕਈ ਕੋਟ ਪਾਥਰ ਬਿਰਖ ਨਿਪਜਾਏ, ਕਰੋੜਾਂ ਹੀ ਇੱਥੇ ਪੱਥਰ ਆ ਤਰ੍ਹਾਂ ਤਰ੍ਹਾਂ ਦੇ, ਕਈ ਕਿਸਮਾਂ ਦੇ ਇੱਥੇ ਰੁੱਖ ਆ ਜਿਨ੍ਹਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ। ਫਲਾਂ ਵਾਲੇ ਵੀ ਆ, ਫੁੱਲਾਂ ਵਾਲੇ ਵੀ ਆ, ਹਰ ਤਰ੍ਹਾਂ ਦੇ ਰੁੱਖ ਆ, ਕੰਢਿਆਂ ਵਾਲੇ ਵੀ ਆ, ਸਾਰੇ ਪਰਮਾਤਮਾ ਨੇ ਪੈਦਾ ਕੀਤੇ ਆ। ਕਈ ਕੋਟ ਪਵਨ ਪਾਣੀ ਬੈਸੰਤਰ, ਕਹਿੰਦੇ ਕਈ ਤਰ੍ਹਾਂ ਦੀਆਂ ਹਵਾਵਾਂ ਇੱਥੇ, ਕਈ ਤਰ੍ਹਾਂ ਦੇ ਪਾਣੀ ਆ, ਕਈ ਤਰ੍ਹਾਂ ਦੀਆਂ ਅੱਗਾਂ ਵਾ, ਬਸੰਤਰ ਤੋਂ ਭਾਵ ਅੱਗਾਂ। ਅਤੇ ਕਈ ਕੋਟ ਦੇਸ਼ ਭੂ ਮੰਡਲ, ਕਈ ਇੱਥੇ ਦੇਸ਼ ਆ ਦੁਨੀਆ 'ਤੇ, ਕਈ ਇੱਥੇ ਧਰਤੀਆਂ ਵਾ। ਭੂ ਮੰਡਲ ਤੋਂ ਭਾਵ ਹੁੰਦਾ ਕਾਰ। ਔਰ ਧਰਤੀ ਦੇ ਉੱਤੇ ਕਈ ਦੇਸ਼ ਬਣੇ ਆ, ਕਈ ਤਰ੍ਹਾਂ ਦੀਆਂ ਜਿਹੜੀਆਂ, ਕਿਤੇ ਜ਼ਮੀਨ ਜਿਹੜੀ ਆ ਉਪਜਾਊ ਆ, ਕਿਤੇ ਬੰਜਰ ਆ, ਕਿਤੇ ਕਿਸੇ ਕਿਸਮ ਦੀ, ਕਿਤੇ ਕੋਲਾ ਨਿਕਲਦਾ ਵਾ, ਕਿਤੇ ਸੋਨਾ ਨਿਕਲਦਾ ਵਾ। ਕਹਿਣ ਤੋਂ ਭਾਵ ਪਰਮਾਤਮਾ ਦੀ ਰਚਨਾ ਦਾ ਕੋਈ ਅੰਤ ਨਹੀਂ। ਕਈ ਤਰੀਕਿਆਂ ਦੇ ਨਾਲ ਉਹਨੇ ਜਿਹੜੀ ਆ ਰਚਨਾ ਕੀਤੀ ਹੈ। ਸੋ ਕਹਿਣ ਤੋਂ ਆਪਾਂ ਕਹਿ ਸਕਦੇ ਹਾਂ ਕਈ ਕੋਟ ਸੱਸੀਅਰ ਸੂਰ ਨਖੇਤਰ, ਕਹਿੰਦੇ ਸੱਸੀਅਰ ਹੁੰਦਾ ਵਾ ਜਿਹੜਾ ਚੰਦਰਮਾ, ਜਿਹੜਾ ਚੰਨ ਆ ਜਿਹੜਾ ਉਹਨੂੰ ਕਹਿੰਦੇ ਆ। ਸੂਰ ਤੋਂ ਭਾਵ ਸੂਰਜ ਆ, ਨਖੇਤਰ ਤੋਂ ਭਾਵ ਤਾਰੇ ਆ। ਕਈ ਤਰ੍ਹਾਂ ਦੇ ਇੱਥੇ
ਚੰਦਰਮਾ ਆ, ਸੂਰਜ ਆ, ਤਾਰੇ ਆ। ਬੇਸ਼ੱਕ ਸਾਨੂੰ ਸੂਰਜ ਇੱਕੋ ਹੀ ਇੱਥੇ ਨਜ਼ਰ ਆਉਂਦਾ ਦੁਨੀਆ 'ਤੇ, ਲੇਕਿਨ ਗੁਰੂ ਸਾਹਿਬਾਨ ਕਹਿੰਦੇ ਇਸੇ ਤਰ੍ਹਾਂ ਦੇ ਕਈ ਲੱਖ ਅਗਾਸਾਂ ਜਾਂ ਅਗਾਸ, ਲੱਖ ਪਤਾਲਾਂ ਪਤਾਲ, ਕਿ ਬਹੁਤ ਸਾਰੇ ਇੱਥੇ ਆਕਾਸ਼ ਆ, ਬਹੁਤ ਸਾਰੇ ਪਤਾਲ ਆ, ਬਹੁਤ ਸਾਰੇ ਸੂਰਜ ਆ, ਚੰਦਰਮਾ ਮਨ, ਜਾਣੀ ਕਿ ਬਹੁਤ ਸਾਰੇ ਗ੍ਰਹਿ ਆ ਇੱਥੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਪਰ ਬਣਾਏ ਹੋਏ ਪਰਮਾਤਮਾ ਨੇ। ਸੋ ਜਦ ਸਾਡੀ ਦ੍ਰਿਸ਼ਟੀ ਵਿੱਚ ਸਾਨੂੰ ਜੋ ਦਿਸਦਾ ਸਾਨੂੰ ਉਹ ਸੱਚ ਜਾਪਦਾ, ਲੇਕਿਨ ਇਸ ਤੋਂ ਪਰੇ ਵੀ ਬੜਾ ਕੁਛ ਹੈ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਰੋੜਾਂ ਹੀ ਇੱਥੇ ਦੇਵਤੇ ਆ, ਕਹਿੰਦੇ ਕਰੋੜਾਂ ਹੀ ਇੱਥੇ ਦੈਂਤ ਆ, ਰਾਕਸ਼ ਆ, ਅਤੇ ਇੰਦਰ ਇੱਥੇ ਕਈ ਆ, ਔਰ ਉਹਨਾਂ ਦੇ ਸਿਰ 'ਤੇ ਛਤਰ ਬਣੇ ਹੋਏ ਆ, ਸ਼ਕਤੀਸ਼ਾਲੀ ਆ, ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਆ। ਔਰ ਸਗਲ ਸਮੱਗਰੀ ਆਪਣੇ ਸੂਤ ਧਾਰੇ, ਸਾਰੇ ਜਿਹੜੇ ਪਰਮਾਤਮਾ ਨੇ ਇੱਕ ਧਾਗੇ ਵਿੱਚ ਬੰਨੇ ਹੋਏ ਆ, ਇੱਕ ਤਰੀਕੇ ਨਾਲ ਜਿਹੜੇ ਸਾਰੇ ਜਿਹੜੇ ਆ ਉਹਦੇ ਹੁਕਮ ਵਿੱਚ ਚੱਲਦੇ ਆ। ਜਪਜੀ ਸਾਹਿਬ ਦੀ ਬਾਣੀ ਵਿੱਚ ਆਉਂਦਾ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨ ਕੋਈ। ਕਹਿਣ ਤੋਂ ਭਾਵ ਕਿ ਸਾਰਾ ਕੁਝ ਜਿਹੜਾ ਉਹਦੇ ਹੁਕਮ ਦੇ ਵਿੱਚ ਵੱਜਾ ਹੋਇਆ, ਸੰਸਾਰ ਜਿਹੜਾ ਸਾਰਾ ਪਰਮਾਤਮਾ ਚਲਾ ਰਿਹਾ। ਬੰਦੇ ਨੂੰ ਭੁਲੇਖਾ ਵਾ ਕਿ ਇਹ ਦੁਨੀਆ ਮੈਂ ਚਲਾ ਰਿਹਾ, ਨਹੀਂ, ਇਹ ਕੁਦਰਤ ਜਿਹੜੀ ਆ ਇਹਦੇ ਗਾੜੀ ਬੰਦੇ ਦਾ ਕੋਈ ਜ਼ੋਰ ਨਹੀਂ। ਕੁਦਰਤ ਅੱਗੇ ਬੰਦਾ ਜਿਹੜਾ ਤੁੱਛ ਆ, ਕੁਦਰਤ ਦਾ ਵਰਤਾਰਾ ਜਿਹੜਾ ਵਾ ਉਹ ਵੱਖਰਾ ਵਾ। ਸੋ ਪਰਮਾਤਮਾ ਆਪਣੇ ਤਰੀਕੇ ਦੇ ਨਾਲ, ਆਪਣੇ ਢੰਗ ਦੇ ਨਾਲ ਜਿਹੜੀ ਆ ਸਾਰੀ ਦੁਨੀਆ ਚਲਾ ਰਿਹਾ। ਕਿਵੇਂ ਸੂਰਜ ਸਾਨੂੰ ਧੁੱਪ ਦੇ ਰਿਹਾ ਉੱਪਰ, ਕਿਵੇਂ ਥੱਲੇ ਧਰਤੀ ਦੇ ਪਾਣੀ ਦਾ ਪ੍ਰਬੰਧ ਕੀਤਾ ਵਾ, ਕਿਵੇਂ ਫਸਲਾਂ ਜਿਹੜੀਆਂ ਬੀਜ ਦੇ ਰੂਪ ਵਿੱਚ ਇੱਕ ਬੀਜ ਪਾਉਂਦੇ ਆ, ਕਿੰਨੇ ਬੀਜ ਜਿਹੜੇ ਮਤਲਬ ਕਿ ਸਾਨੂੰ ਮਿਲਦੇ। ਜਾਣੀ ਕਿ ਜਿਵੇਂ ਅਸੀਂ ਉਦਾਹਰਨ ਦੇ ਸਕਦੇ ਹਾਂ ਕਿ ਕਣਕ ਜਿਹੜੀ ਆ ਜਾਂ ਕੋਈ ਫਸਲ ਬੀਜਦੇ ਹਾਂ ਅਤੇ ਕਿਲੋਆਂ ਦੇ ਹਿਸਾਬ ਨਾਲ ਬੀਜਦੇ ਹਾਂ ਅਤੇ ਕੁਇੰਟਲਾਂ ਦੇ ਹਿਸਾਬ ਨਾਲ ਕੱਢਦੇ ਹਾਂ। ਉਹਦੇ ਵਿੱਚ ਕੌਣ ਵਰਤਦਾ? ਉਹਦੇ ਵਿੱਚ ਪਰਮਾਤਮਾ, ਕੁਦਰਤ ਵਰਤਦੀ ਆ, ਫਿਰ ਹੀ ਇੰਨਾ ਕੁਝ ਹੁੰਦਾ। ਸੋ ਸਗਲ ਸਮੱਗਰੀ ਆਪਣੇ ਸੂਤ ਧਾਰੇ, ਕਹਿਣ ਤੋਂ ਭਾਵ ਉਹਨੇ ਆਪਣੇ ਤਰੀਕੇ ਜਿਹੜੇ ਪਰਮਾਤਮਾ ਨੇ, ਜਿਵੇਂ ਫੁੱਲਾਂ ਦਾ ਹਾਰ ਨਹੀਂ ਪਰੋ ਲੈਂਦੇ ਆਪਾਂ, ਸਾਰੇ ਸੰਸਾਰ ਨੂੰ ਉਹਨੇ ਇੱਕ ਧਾਗੇ ਵਿੱਚ ਪਰੋਇਆ ਵਾ, ਔਰ ਆਪਣੇ ਤਰੀਕੇ ਦੇ ਨਾਲ ਉਹ ਚਲਾ ਰਿਹਾ ਸਾਰਾ ਸੰਸਾਰ। ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਅਤੇ ਜਿਹੜਾ ਵੀ ਉਹਨੂੰ ਭਾਉਂਦਾ ਵਾ ਪਰਮਾਤਮਾ ਨੂੰ, ਜਿਹੜਾ ਉਹਨੂੰ ਪਿਆਰਾ ਲੱਗਦਾ, ਜਿਹੜਾ ਉਹਦੀ ਭਗਤੀ ਕਰਦਾ ਵਾ, ਜਾਂ ਜਿਹ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ, ਉਹਨੂੰ ਪਰਮਾਤਮਾ ਜਿਹੜਾ ਤਾਰ ਦਿੰਦਾ ਵਾ, ਉਹ 'ਤੇ ਮਿਹਰਾਂ ਕਰਦਾ, ਬਖਸ਼ਿਸ਼ਾਂ ਕਰਦਾ। ਸੋ ਅਸੀਂ ਵੀ ਕਹਿਣ ਤੋਂ ਭਾਵ ਆਪਾਂ ਲਿਖਿਆ ਵਾ ਕਿ ਕਰੋੜਾਂ ਜਿਹੜੇ ਜੀਵ ਆ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀ ਆ ਪਰਮਾਤਮਾ ਦੀ ਬੰਦਗੀ ਕਰ ਰਹੇ ਆ। ਕੋਈ ਕਿਸੇ ਤਰੀਕੇ ਨਾਲ ਨਾਮ ਜਪ ਰਿਹਾ, ਕੋਈ ਕਿਸੇ ਤਰੀਕੇ ਨਾਲ ਜਪ ਰਿਹਾ, ਕੋਈ ਜੁਗਤੀ ਵਰਤ ਰਿਹਾ, ਕੋਈ ਢੰਗ ਵਰਤ ਰਿਹਾ ਵਾ। ਇੱਥੋਂ ਤੱਕ ਕਿ ਦੇਵ ਦਾਨਵ ਇੰਦਰ ਜਿਹੜੇ ਸ਼ੇਰ ਛਤਰ ਆ ਜਿਨ੍ਹਾਂ ਦੇ, ਉਹ ਵੀ ਸਾਰੇ ਉਸ ਅਕਾਲ ਪੁਰਖ ਦੀ ਉਸਤਤ ਕਰ ਰਹੇ ਆ। ਗੁਰੂ ਸਾਹਿਬਾਨ ਫਰਮਾਉਂਦੇ, ਕਈ ਕੋਟ ਰਾਜਸ ਤਾਮਸ ਸਾਤਕ, ਮਾਇਆ ਦੇ 3 ਗੁਣ ਆ, ਰਜੋ ਤਮੋ ਅਤੇ ਸਤੋ। ਕਹਿੰਦੇ ਆ ਕਿ ਕਈਆਂ ਦੇ ਕੋਲ ਰਜੋ ਗੁਣੀ ਆ, ਤਮੋ ਗੁਣੀ ਆ, ਸਤੋ ਗੁਣੀ ਆ, ਭਾਵ ਕਿ ਸਭ ਤਰ੍ਹਾਂ ਦੀ ਜਿਹੜੀ ਮਾਇਆ ਵਾ। ਕਈ ਕੋਟ ਵੇਦ ਪੁਰਾਣ ਸਿਮਰਤਿ ਅਰਸ਼ਾਸਤ, ਕਰੋੜਾਂ ਹੀ ਇੱਥੇ ਵੇਦ, ਕਰੋੜਾਂ ਹੀ ਇੱਥੇ ਪੁਰਾਣ, ਸਿਮਰਤ ਸਿਮਰਤੀਆਂ, ਔਰ ਸ਼ਾਸਤਰ ਤੋਂ ਭਾਵ ਕਿ ਬਹੁਤ ਸਾਰੇ ਹੋਰ ਜਿਹੜੇ ਗਿਆਨ ਦੇ ਜਿਹੜੇ ਗ੍ਰੰਥ ਨੇ, ਕਿਤਾਬਾਂ ਨੇ। ਸੋ ਕਹਿਣ ਤੋਂ ਭਾਵ ਇਹ ਆ ਕਿ ਬਹੁਤ ਕੁਝ ਜਿਹੜਾ ਵਾ ਇਸ ਧਰਤੀ ਦੇ ਉੱਤੇ ਜਿਹੜਾ ਵਾ ਪਰਮਾਤਮਾ ਨੂੰ ਨਾਮ ਜਪਣ ਦੇ ਉਹਦੇ ਗੁਣ ਜਿਹੜੇ ਬਿਆਨ ਕੀਤੇ ਗਏ ਆ, ਉਹ ਇਹਨਾਂ ਵਿੱਚ ਦਰਜ ਆ। ਕਈ ਕੋਟ ਕੀਏ ਰਤਨ ਸਮੁੰਦ, ਕਈ ਜਿਹੜੇ ਰਤਨ ਆ, ਤਰ੍ਹਾਂ ਦੇ ਜਿਹੜੇ ਪਦਾਰਥ ਆ, ਜਿਹੜੇ ਸੋਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਹੀਰੇ ਜਵਾਹਰਾਤ ਸਮੁੰਦਰਾਂ ਵਿੱਚੋਂ ਨਿਕਲਦੇ ਆ। ਕਹਿਣ ਤੋਂ ਭਾਵ ਕਿ ਬਹੁਤ ਕੁਝ ਪਰਮਾਤਮਾ ਨੇ ਜਿਹੜਾ ਬਣਾਇਆ ਵਾ, ਜਿਹੜਾ ਕਿ ਅਸੀਂ ਬੰਦਾ ਤੇ ਆਪਣੇ ਇੱਕ ਜਨਮ ਵਿੱਚ ਸਭ ਕੁਝ ਵੇਖ ਵੀ ਨਹੀਂ ਸਕਦਾ। ਇੰਨਾ ਕੁਝ ਜਿਹੜਾ ਪਰਮਾਤਮਾ ਨੇ, ਨਾ ਹੀ ਉਹ ਗਿਣਤੀ ਕਰ ਸਕਦਾ। ਇੰਨੀਆਂ ਜਿਹੜੀਆਂ
ਉਹਦੀਆਂ ਜਿਹੜੀਆਂ ਕਹਿ ਸਕਦੇ ਹਾਂ ਆਪਾਂ ਕਿ ਜਿਹੜੀਆਂ ਪੈਦਾਇਸ਼ਾਂ ਨੇ ਜਾਂ ਜਿਹੜਾ ਪੈਦਾ ਕੀਤਾ ਹੈ ਉਹਨੂੰ ਵੇਖ ਵੇਖ ਕੇ ਬੰਦਾ ਹੈਰਾਨ ਹੁੰਦਾ ਕਿ ਅਨਮੋਲ ਚੀਜ਼ਾਂ ਵਾ, ਕੁਦਰਤੀ ਖਜ਼ਾਨੇ ਆ ਔਰ ਬੇਅੰਤ ਸ਼ੁਮਾਰ ਜਿਹਦਾ ਕੋਈ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ। ਕਿ ਤੇਰੇ ਕਿਹੜੇ ਕਿਹੜੇ ਗੁਣ ਮੈਂ ਕਹਿ ਕਹਿ ਗਾਵਾਂ। ਤੂੰ ਸਹਿਬ ਗੁਣੀ ਨਿਧਾਨਾ, ਤੂੰ ਤੇ ਗੁਣਾਂ ਦਾ ਨਿਧਾਨ ਆ, ਖਜ਼ਾਨਾ ਵਾ। ਤੇਰੀ ਮਹਿਮਾ ਵਰਣਨ ਨਾ ਸਕੂੰ, ਤੂੰ ਠਾਕਰ ਉੱਚ ਭਗਵਾਨਾ। ਕਿ ਤੇਰੀ ਮੈਂ ਆਪਣੀ ਜੀਭਾ ਦੇ ਨਾਲ ਜਿਹੜੀ ਆ ਉਸਤਤ ਨਹੀਂ ਕਰ ਸਕਦਾ। ਪਰਮਾਤਮਾ ਜਿੰਨੀ ਕਰਾਂ ਉਨੀ ਥੋੜ੍ਹੀ ਆ। ਸੂਰਜ ਨੂੰ ਦੀਵਾ ਵਿਖਾਉਣ ਦੇ ਨਿਆਈ ਆ। ਤੇਰੀ ਮਹਿਮਾ ਵਰਣਨ ਸਕੂੰ, ਤੂੰ ਠਾਕਰ ਉੱਚ ਭਗਵਾਨਾ, ਤੂੰ ਸਭ ਤੋਂ ਉੱਚਾ ਵਾ। ਉਹ ਗੱਲ ਆ ਇੱਥੇ ਕਿ ਕਈ ਕੋਟ ਕੀ ਰਤਨ ਸਮੁੰਦ, ਕਈ ਤਰ੍ਹਾਂ ਦੇ ਸਮੁੰਦਰ ਆ, ਕਈ ਤਰ੍ਹਾਂ ਦੇ ਰਤਨ ਆ, ਕਈ ਤਰ੍ਹਾਂ ਦੇ ਪਦਾਰਥ ਆ ਜਿਹੜੇ ਜਲ ਦੇ ਵਿੱਚ ਜਿਹੜੇ ਆ। ਕਈ ਕੋਟ ਨਾਨਾ ਪ੍ਰਕਾਰ ਜੰਤ। ਨਾਨਾ ਤੋਂ ਭਾਵ ਹੁੰਦਾ ਵਾ ਕਿ ਕਈ ਕਿਸਮਾਂ ਦੇ ਜਿਹੜੇ ਜੀਵ ਜੰਤੂ ਜਿਹੜੇ ਆ ਉਹ ਪਾਣੀ 'ਚ ਰਹਿੰਦੇ ਆ, ਅਤੇ ਤਾਂ ਕਈ ਤਰ੍ਹਾਂ ਦੇ ਜਿਹੜੇ ਆ ਧਰਤੀ 'ਤੇ ਰਹਿੰਦੇ ਆ, ਕਈ ਆਕਾਸ਼ 'ਚ ਉੱਡਦੇ ਆ। ਸੋ ਕਹਿਣ ਤੋਂ ਮਤਲਬ ਆਪਣਾ ਕਿ ਬਹੁਤ ਤਰ੍ਹਾਂ ਦੇ ਜਿਹੜੇ ਪਰਮਾਤਮਾ ਦੇ ਜਿਹੜੇ ਆ ਉਹ ਜੀਵ ਜੰਤੂ ਆ ਜਿਨ੍ਹਾਂ ਦੀਆਂ ਕਈ ਕਿਸਮਾਂ ਵਾ, ਕਰੋੜਾਂ ਹੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ, ਕਈ ਕੋਟ ਕੀਏ ਚਿਰ ਜੀਵੇ। ਕਹਿੰਦੇ ਕਈ ਇਹੋ ਜਿਹੇ ਆ ਜਿਹੜੇ ਬੜਾ ਚਿਰ ਜੀਂਦੇ ਆ, ਹਜ਼ਾਰਾਂ ਸਾਲ ਜਿਨ੍ਹਾਂ ਦੀ ਉਮਰ ਹੁੰਦੀ ਹੈ। ਇਹੋ ਜਿਹੇ ਵੀ ਜੀਵ ਹੈਗੇ ਧਰਤੀ 'ਤੇ। ਅਤੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਹਿੰਦੇ ਕਰੋੜਾਂ ਹੀ ਇੱਥੇ ਜਿਹੜੇ ਆ ਪਹਾੜੀ, ਗਿਰੀ ਮੇਰ, ਸਮੇਰ ਪਰਬਤ ਆ। ਸੋਨੇ ਦੇ ਵੀ ਜਿਹੜੇ ਖਜ਼ਾਨੇ ਇੱਥੇ ਜਾਣੀ ਖਾਨਾ ਇੱਥੇ ਕਈ ਤਰ੍ਹਾਂ ਦੇ ਜਿਹੜੇ ਗਿਰੀ ਮੇਰ ਸਵਰਨ ਥੀਵੇ ਤੋਂ ਭਾਵ ਹੁੰਦਾ ਵਾ ਕਿ ਪਹਾੜੀਆਂ ਜਿਹੜੀਆਂ ਵਾ, ਸਮੇਰ ਪਰਬਤ ਆ। ਕਹਿਣ ਤੋਂ ਭਾਵ ਕਿ ਕੋਈ ਅੰਤ ਹੀ ਨਹੀਂ, ਕਰੋੜਾਂ ਹੀ ਆ। ਕਈ ਕੋਟ ਜਖ ਕਿੰਨਰ ਪੇ ਸਾਚ। ਅਤੇ ਕਿੰਨਰ ਹੁੰਦਾ ਵਾ ਜਿਹੜਾ ਦੇਵਤਿਆਂ ਦੇ ਰਾਗੀ ਕਿਹਾ ਗਿਆ ਇੱਥੇ। ਪਿਸਾਚ ਤੋਂ ਭਾਵ ਭੂਤ। ਕਹਿੰਦੇ ਕਈ ਤਰ੍ਹਾਂ ਦੇ ਇੱਥੇ ਕਿੰਨਰ ਪਿਸਾਚ ਆ। ਔਰ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਅਤੇ ਕਰੋੜਾਂ ਹੀ ਇੱਥੇ ਭੂਤ ਆ, ਪ੍ਰੇਤ ਆ, ਸੂਕਰ ਤੋਂ ਭਾਵ ਹੁੰਦਾ ਸੂਰ। ਔਰ ਮਿਰਗਾਚ ਤੋਂ ਭਾਵ ਹੈ ਜਿਹੜੇ ਹਰਨ ਖਾਊ ਸ਼ੇਰ, ਜਿਹੜੇ ਹਿਰਨਾਂ ਨੂੰ ਖਾਂਦੇ ਆ। ਕਹਿਣ ਤੋਂ ਆਪਣਾ ਕਹਿ ਸਕਦੇ ਹਾਂ ਕਿ ਕਈ ਤਰ੍ਹਾਂ ਦੇ ਇੱਥੇ ਜਿਹੜੇ ਆ ਜੀਵ ਜੰਤੂ ਆ। ਸਭ ਤੇ ਨੇੜੇ ਸਭੂ ਤੇ ਦੂਰ। ਕਹਿੰਦੇ ਹੇ ਪਰਮਾਤਮਾ ਤੂੰ ਸਭ ਦੇ ਨੇੜੇ ਵੀ ਆ ਅਤੇ ਸਭ ਤੇ ਦੂਰ ਤੋਂ। ਕਹਿਣ ਤੋਂ ਭਾਵ ਕਿ ਦੂਰ ਦੂਰ ਤੱਕ ਤੂੰ ਵਿਆਪਕ ਵੀ ਆ। ਕਹਿਣ ਤੋਂ ਆਪਾਂ ਕਹਿ ਸਕਦੇ ਗੁਰੂ ਸਾਹਿਬਾਨ ਨੇ ਫਰਮਾਇਆ ਕਿ ਸਾਰਿਆਂ ਦੇ ਅੰਗ ਸੰਗ ਵੀ ਪਰਮਾਤਮਾ ਵਸਦਾ ਵਾ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਈਆਂ ਨੂੰ ਇਹ ਪਰਮਾਤਮਾ ਨੇੜੇ ਲੱਗਦਾ, ਕਈਆਂ ਨੂੰ ਦੂਰ ਲੱਗਦਾ ਵਾ, ਪਰ ਪਰਮਾਤਮਾ ਹਰ ਜਗ੍ਹਾ ਮੌਜੂਦ ਆ। ਸਭ ਤੇ ਨੇੜੇ ਸਭ ਤੇ ਦੂਰ, ਸਭੂ ਤੇ ਦੂਰ। ਸੋ ਉਹ ਵਿੱਚ ਵੀ ਵਰਤ ਰਿਹਾ ਵਾ ਸੰਸਾਰ ਦੇ। ਅਤੇ ਜੇ ਕਈ ਮਤਲਬ ਆਪਾਂ ਕਹਿ ਦਿੰਦੇ ਹਾਂ ਕਈ ਵਾਰੀ ਕਿ ਪਰਮਾਤਮਾ ਉੱਪਰ ਵਹਿੰਦਾ ਸਭ ਕੁਛ, ਕਈਆਂ ਨੂੰ ਉਹ ਦੂਰ। ਅਤੇ ਕਈ ਮਤਲਬ ਨਾਨਕ ਆਪ ਲਿਪਤ ਰਿਹਾ ਭਰਪੂਰ। ਸਾਰਾ ਕੁਝ ਬਣਾ ਕੇ ਪਰਮਾਤਮਾ ਇਸ ਸੰਸਾਰ ਦੇ ਵਿੱਚ ਅਤੇ ਆਪ ਜਿਹੜਾ ਵਾ ਉਹ ਵੱਖਰਾ ਹੋ ਗਏ, ਅਲੱਗ ਹੋ ਗਏ, ਸਾਰਿਆਂ ਨੂੰ ਵੇਖ ਰਿਹਾ ਵਾ, ਵਿਆਪਕ ਹੈ, ਸਾਰਿਆਂ ਵਿੱਚ ਵਸਿਆ ਵੀ ਹੋਇਆ ਵਾ। ਨਿਰਗੁਣ ਵੀ ਉਹੀ ਹੈ, ਸੁਰਗਨ ਵੀ ਉਹੀ ਹੈ। ਨਿਰਗੁਣ ਆਪ ਸਰਗਨ ਵੀ ਉਹੀ, ਕਲਾ ਧਾਰਜਨ ਸਗਲੀ ਮੋਹੀ। ਕਹਿਣ ਤੋਂ ਭਾਵ ਉਹਦੇ ਨਿਰਗੁਣ ਰੂਪ ਦੇ ਵਿੱਚ ਵੀ ਅਤੇ ਸਰਗਨ ਰੂਪ ਦੇ ਵਿੱਚ ਵੀ ਉਹ ਦ੍ਰਿਸ਼ਟਮਾਨ ਵੀ ਹੈ ਅਤੇ ਅਦ੍ਰਿਸ਼ਟ ਵੀ ਹੈ, ਵਿਜ਼ੀਬਲ ਵੀ ਹੈ ਅਤੇ ਅਨਵਿਜ਼ੀਬਲ ਵੀ ਹੈ। ਕਿਉਂਕਿ ਪਰਮਾਤਮਾ ਜਿਹੜਾ ਵਾ ਉਹ ਜੀਵਾਂ ਦੇ ਹਿਰਦੇ ਵਿੱਚ ਹੀ ਵੱਸਦਾ ਵਾ। ਇਸੇ ਕਰਕੇ ਫਰੀਦ ਸਾਹਿਬ ਜੀ ਨੇ ਫਰਮਾਇਆ ਕਿ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਢਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਕਹਿੰਦੇ ਆ ਕਿ ਤੂੰ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ, ਪਰਮਾਤਮਾ ਨੂੰ ਲੱਭਦਾ ਅਤੇ ਤੇਰੇ ਅੰਦਰ ਹੀ ਵੱਸਦਾ ਵਾ, ਤੇਰੇ ਹਿਰਦੇ 'ਚ ਹੀ ਵੱਸਦਾ ਵਾ, ਤੂੰ ਉੱਥੇ ਵੀ ਢੂੰਡ ਸਕਦਾ ਵਾ। ਕਹਿਣ ਤੋਂ ਭਾਵ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਆ, ਉਹ ਸਰਬ ਵਿਆਪਕ ਆ, ਸਰਬ ਸ਼ਕਤੀਮਾਨ ਆ, ਔਰ ਉਹਦਾ ਹੀ ਸਾਰਾ ਪਸਾਰਾ ਵਾ।
ਕਈ ਕੋਟ ਬਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ। ਕਹਿੰਦੇ ਕਰੋੜਾਂ ਜੀਵ ਜਿਹੜੇ ਆ ਪਤਾਲ ਦੇ ਵਿੱਚ ਰਹਿ ਰਹੇ ਆ, ਤੇ ਕਰੋੜਾਂ ਜਿਹੜੇ ਆ ਨਰਕ ਦੇ ਵਿੱਚ ਰਹਿ ਰਹੇ ਆ, ਕੋਈ ਸੁਰਗ 'ਚ ਰਹਿ ਰਿਹਾ ਵਾ। ਸੋ ਇਹ ਆਪੋ ਆਪਣੇ ਕਰਮ ਆ। ਕਈ ਕੋਟ ਜੰਮੇ ਜੀਵੇ ਮਰੇ, ਕਈ ਕਰੋੜਾਂ ਜੀਵ ਜਿਹੜੇ ਆ ਉਹ ਜੰਮਦੇ ਜਿਹੜੇ ਆ, ਕਈ ਵਾਰੀ ਮੌਤ ਹੋ ਜਾਂਦੀ ਉਹਨਾਂ ਦੀ, ਤੇ ਕਈ ਕਰੋੜਾਂ ਜੀਵ ਜਿਹੜੇ ਧਰਤੀ 'ਤੇ ਆ ਰਹੇ ਆ ਤੇ ਜਾ ਰਹੇ ਆ। ਕਿਉਂਕਿ ਸੰਸਾਰ ਜਿਹੜਾ ਆ ਇਹ ਇੱਕ ਮੁਸਾਫਰਖਾਨਾ ਆ, ਇੱਕ ਜਗਤ ਵਿੱਚ ਜਿਹੜਾ ਵਾ ਕੋਈ ਵੀ ਸਥਿਰ ਨਹੀਂ ਰਹਿ ਸਕਦਾ। ਹਰੇਕ ਜੀਵ ਦੀ ਜਿਹੜੀ ਪਰਮਾਤਮਾ ਨੇ ਜਿਹੜੀ ਆ ਉਮਰ ਲਿਖੀ ਆ, ਮਰਨ ਲਿਖਾਏ ਮੰਡਲ ਮੇ ਆਏ। ਕਹਿਣ ਤੋਂ ਭਾਵ ਕਿ ਪਹਿਲਾਂ ਤੋਂ ਹੀ ਤੈਅ ਆ ਜਿਹੜੀ ਜਨਮ ਦੇ ਨਾਲ ਜਿਹੜੀ ਮੌਤ ਆ, ਕਿ ਕੁਝ ਟਾਈਮ ਜਿਹੜਾ ਸੰਸਾਰ ਵਿੱਚ ਜਿੰਨੀ ਵੀ ਆਪਾਂ ਨੂੰ ਜਿਹੜੀ ਆ ਸਵਾਸਾ ਰੂਪੀ ਪੂੰਜੀ ਮਿਲੀ ਆ, ਜਾਂ ਜਿੰਨਾ ਵੀ ਚਿਰ ਜੀਵਨ ਆਪਾਂ ਨੂੰ ਮਿਲਿਆ, ਉਹ ਇੱਥੇ ਭੋਗ ਕੇ ਇੱਥੇ ਚਲੇ ਜਾਣਾ ਵਾ। ਕਿਸੇ ਨੇ ਨਹੀਂ ਇੱਥੇ ਰਹਿਣਾ, ਇੱਥੇ ਸਿਰਫ ਪਰਮਾਤਮਾ ਨੇ ਰਹਿਣਾ। ਉਹ ਅਟਾਲਿਆ, ਉਹ ਨਾ ਜੰਮਦਾ ਨਾ ਮਰਦਾ। ਆਦਿ ਸੱਚ ਜੁਗਾਰ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਹੀ ਪਰਮਾਤਮਾ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਔਰ ਗੁਰੂ ਸਾਹਿਬਾਨ ਕਹਿੰਦੇ ਕਈ ਕੋਟ ਬਹੁ ਜੋਨੀ ਫਿਰੇ। ਕਈ ਜਿਹੜੇ ਘੜੀ ਮੁੜੀ ਕਰੋੜਾਂ ਜੀਵ ਜਿਹੜੇ ਆ ਉਹ ਜੂਨਾਂ ਦੇ ਵਿੱਚ ਪੈ ਜਾਂਦੇ, ਜਿਹੜੇ ਪਰਮਾਤਮਾ ਨਾਲੋਂ ਟੁੱਟੇ ਹੋਏ ਆ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਜਾਂ ਜਿਹੜੇ ਗਲਤ ਕੰਮਾਂ ਵਿੱਚ ਪੈ ਕੇ, ਜਾਂ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ, ਔਰ ਹੋਰ ਪਾਪਾਂ ਦੇ ਵਿੱਚ ਪੈ ਕੇ, ਪਖੰਡਾਂ ਵਿੱਚ ਪੈ ਕੇ ਆਪਣਾ ਜੀਵਨ ਜਾਈ ਗਵਾ ਲੈਂਦੇ ਆ, ਤੇ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਆ। ਬਹੁਤ ਜੋਨੀ ਫਿਰੇ, ਕਈ ਤਰ੍ਹਾਂ ਦੀਆਂ ਜੂਨਾਂ 'ਚ ਪੈਂਦੇ ਆ। ਕਈਆਂ ਨੂੰ ਮੁਕਤ ਕਰ ਦਿੰਦਾ ਜੀਵਨ ਤੋਂ। ਸੋ ਉਹ ਪਰਮਾਤਮਾ ਦੇ ਰੰਗ ਆ। ਕਈ ਕੋਟ ਬੈਠਤੀ ਖਾਏ, ਕਈ ਜਿਹੜੇ ਆ ਉਹ ਕੁਛ ਕਰਦੇ ਵੀ ਨਹੀਂ, ਘਰੇ ਬੈਠੇ ਰਹਿੰਦੇ, ਭਾਵੇਂ ਕਹਿਣ ਤੋਂ ਭਾਵ ਕਿ ਮਿਹਨਤ ਵੀ ਨਾ ਕਰਦੇ ਤਦ ਵੀ ਉਹਨਾਂ ਨੂੰ ਮਿਲਦਾ ਜਾਂਦਾ, ਕਿ ਬੈਠੇ ਹੀ ਖਾਣ ਡਏ। ਉਹ ਕਈ ਵਾਰੀ ਆਪਾਂ ਦੁਨਿਆਵੀ ਉਦਾਹਰਨਾਂ ਵੀ ਦਿੰਦੇ ਹਾਂ ਕਿ ਕਈ ਜਿਹੜੇ ਵੱਡੇ ਵੱਡੇ ਲੋਕ ਜਿਹੜੇ ਆ ਉਹਨਾਂ ਵਾਸਤੇ ਇਹਨਾਂ ਰਿਜ਼ਕ ਦਾ ਪ੍ਰਬੰਧ ਕੀਤਾ ਵਾ, ਕਈ ਜੀਵਾਂ ਦਾ, ਕਿ ਜਿਹੜੇ ਬੈਠੇ ਹੀ ਜਿਹੜੇ ਖਾਣ ਡਏ ਆ, ਜਿਨ੍ਹਾਂ ਨੂੰ ਇੰਨੀ ਮਿਹਨਤ ਮਸ਼ੱਕਤ ਵੀ ਨਹੀਂ ਕਰਨੀ ਪੈਂਦੀ। ਕਈ ਕੋਟ ਘਾਲੇ ਤੱਕ ਪਾਏ, ਕਈ ਸਾਰੀ ਸਾਰੀ ਦਿਹਾੜੀ ਦਿਨ ਰਾਤ ਮਿਹਨਤ ਕਰਦੇ ਰਹਿੰਦੇ, ਥੱਕ ਜਾਂਦੇ ਆ। ਘਾਲੇ ਤੋਂ ਭਾਵ ਹੁੰਦਾ ਮਿਹਨਤ ਕਰਦੇ, ਥੱਕ ਕੇ ਮਰ ਜਾਂਦੇ ਆ, ਫਿਰ ਮਤਲਬ ਕਿ ਰੋਟੀ ਖਾਂਦੇ ਆ। ਕਹਿਣ ਤੋਂ ਭਾਵ ਕਿ ਇੰਨੀ ਮਿਹਨਤ ਕਰਨੀ ਪੈਂਦੀ। ਤੇ ਕਈ ਬੈਠੇ ਹੀ ਖਾ ਰਹੇ ਆ। ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀਂ ਲੂਣ। ਕਿ ਕਾਨਾਂ ਦੇ ਘਰ ਕਾਂ ਦਾ ਵੀ ਪ੍ਰਬੰਧ ਕੀਤਾ, ਕਈ ਹੋਰ ਪੀੜ੍ਹੀਆਂ ਦਾ, ਇੱਕਨਾਂ ਦੇ ਘਰ ਜਿਹੜਾ ਲੂਣ ਤੱਕ ਵੀ ਨਹੀਂ ਹੈਗਾ। ਕਹਿਣ ਤੋਂ ਭਾਵ ਕਿ ਪਰਮਾਤਮਾ ਦੇ ਰੰਗ ਆ ਸਾਰੇ। ਔਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀਂ ਲੂਣ, ਇਹ ਸ਼ਲੋਕ ਆ ਜੀ। ਅੱਗੇ ਹੈਗਾ ਜੇ ਕਈ ਕੋਟ ਕੀਏ ਧਨਵੰਤ। ਕਈ ਪ੍ਰਮਾਤਮਾ ਨੇ ਕਰੋੜਾਂ ਜੀਵ ਜਿਹੜੇ ਆ ਇੱਥੇ ਧਨਵੰਤ ਕੀਤੇ ਆ, ਧਨਵਾਨ ਕੀਤੇ ਆ, ਜਿਨ੍ਹਾਂ ਦੇ ਕੋਲ ਪਤਾ ਨਹੀਂ ਕਿੰਨਾ ਕੁ ਪੈਸਾ, ਉਹਨਾਂ ਨੂੰ ਇਹ ਵੀ ਨਹੀਂ ਸਮਝ ਕਿ ਇਹਨਾਂ ਨੂੰ ਕਿੱਥੇ ਰੱਖਣਾ, ਕਿਸ ਤਰ੍ਹਾਂ ਸੰਭਾਲਣਾ ਵਾ। ਇੰਨਾ ਜ਼ਿਆਦਾ ਅਮੀਰ ਆ, ਇੰਨੇ ਜ਼ਿਆਦਾ ਜਿਹੜੇ ਪੈਸੇ ਆ। ਕਈ ਕੋਟ ਮਾਇਆ ਮੈਂ ਚਿੰਤ। ਕਈਆਂ ਨੂੰ ਇਹ ਵੀ ਚਿੰਤਾ ਲੱਗੀ ਆ ਕਿ ਮਾਇਆ ਕਿਤਨਾ ਲਿਆਉਣੀ, ਇਕੱਠੀ ਕਿਵੇਂ ਕਰਨੀ ਆ, ਕਿ ਜੀਵਨ ਗੁਜ਼ਾਰਾ ਕਿਵੇਂ ਕਰਨਾ। ਚਿੰਤਾ ਵਿੱਚ ਡੁੱਬੇ ਰਹਿੰਦੇ ਆ, ਫਿਕਰ ਵਿੱਚ ਲੱਗੇ ਰਹਿੰਦੇ ਆ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਨਾ। ਜੈ ਜੈ ਭਾਣਾ ਤੈਂ ਤਹਿ ਰਾਖੇ। ਕਹਿੰਦੇ ਜਿਹੋ ਜਿਹਾ ਵੀ ਭਾਣਾ ਵਾ, ਜਿਸ ਤਰ੍ਹਾਂ ਦਾ ਵੀ ਬੰਦੇ ਦੇ ਨਸੀਬ ਆ, ਜਿਸ ਤਰ੍ਹਾਂ ਦੇ ਵੀ ਕਰਮ ਆ, ਪਰਮਾਤਮਾ ਉੱਥੇ ਹੀ ਰੱਖਦਾ ਵਾ। ਔਰ ਰਹਿਣਾ ਪੈਂਦਾ ਉਹਦੇ ਭਾਣੇ ਵਿੱਚ, ਭਾਵੇਂ ਬੰਦਾ ਕਿਸ ਤਰ੍ਹਾਂ ਵੀ ਕਰੇ, ਉਹਦੇ ਭਾਣੇ ਵਿੱਚ ਰਹਿਣਾ ਪੈਂਦਾ ਬੰਦੇ ਨੂੰ। ਨਾਨਕ ਸਭ ਕੁਛ ਪ੍ਰਭ ਕੇ ਹੱਥੇ। ਜੋ ਕੁਛ ਵੀ ਆ ਸਭ ਕੁਝ ਪਰਮਾਤਮਾ ਦੇ ਹੱਥ 'ਚ ਆ। ਇਹ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤੇ ਆ ਕਿ ਕਈ ਕੋਟ ਭਏ ਵਿਰਾਗੀ। ਕਈ ਜਿਹੜੇ ਆ ਉਹ ਵਿਰਾਗ ਦੇ ਵਿੱਚ ਰਹਿੰਦੇ ਆ। ਕਰੋੜਾਂ ਜਿਹੜੇ ਆ ਉਹ ਵਿਰਾਗੀ ਆ, ਉਦਾਸ ਰਹਿੰਦੇ ਆ ਜਾਂ ਵਿਰਾਗ ਰਹਿੰਦੇ ਆ। ਔਰ ਕਈ ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਉਹਨਾਂ ਦੀ ਜਿਹੜੀ ਆ ਲਿਵ ਜਿਹੜੀ ਆ ਸੰਸਾਰ ਵੱਲੋਂ ਛੱਡ ਕੇ ਤੇ ਰਾਮ ਨਾਮ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਨੂੰ ਮਾਇਆ ਦੀ ਕੋਈ ਚਿੰਤਾ ਨਹੀਂ, ਉਹ ਪਰਮਾਤਮਾ ਦੇ ਨਾਮ ਵਿੱਚ ਹੀ ਮਸਤ ਰਹਿੰਦੇ ਆ, ਤੇ ਉਹ ਸੰਸਾਰਕ ਪਦਾਰਥਾਂ ਦੀ ਮੋਹ ਮਾਇਆ ਦੇ ਜਾਲ ਵਿੱਚ ਨਹੀਂ ਪੈਂਦੇ।
ਕਈ ਕੋਟ ਪ੍ਰਭ ਕੋ ਖੋਜੰਤੇ, ਕਰੋੜਾਂ ਹੀ ਜੀਵ ਜਿਹੜੇ ਪਰਮਾਤਮਾ ਨੂੰ ਲੱਭਦੇ ਫਿਰਦੇ ਆ, ਖੋਜਦੇ ਫਿਰਦੇ ਆ। ਆਤਮ ਮੈਂ ਪਾਰ ਬ੍ਰਹਮ ਲਹੰਤੇ, ਤੇ ਆਪਣੀ ਅੰਦਰੋਂ ਹੀ ਲੱਭਦੇ ਆ, ਲੱਭ ਲੈਂਦੇ। ਆਤਮ ਮੈਂ, ਆਤਮ ਤੋਂ ਭਾਵ ਆਪਣੀ ਆਤਮਾ ਚੋਂ ਹੀ ਉਹ ਪਰਮਾਤਮਾ ਨੂੰ ਲਹੰਤੇ, ਲੱਭ ਲੈਂਦੇ ਪਰਮਾਤਮਾ ਨੂੰ। ਕਈ ਕੋੜ ਦਰਸ਼ਨ ਪਰ ਪਿਆਸ, ਕਈਆਂ ਨੂੰ ਜਿਹੜੀ ਆ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਬ ਕਰੇ ਚਾਤਰ ਕੀਨਿਆਈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਦੇਖ ਪਿਆਰੇ ਜੀਓ। ਸੋ ਕਹਿਣ ਤੋਂ ਭਾਵ ਕਿ ਕਈਆਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਆ, ਤਾਂਘ ਲੱਗੀ ਰਹਿੰਦੀ, ਉਹਨਾਂ ਦੇ ਮਨ 'ਚ ਪ੍ਰੇਮ ਇੰਨਾ ਹੁੰਦਾ ਵਾ ਉਹਨਾਂ ਦੇ ਕਿ ਪਰਮਾਤਮਾ ਦਾ ਜਿਹੜਾ ਵਾ ਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਕਹਿਣ ਤੋਂ ਭਾਵ ਕਿ ਉਹਨਾਂ ਨੂੰ ਪਰਮਾਤਮਾ ਦਾ ਹੀ ਸਭ ਕੁਝ, ਜਿਹੜੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ, ਭੁੱਖ ਲੱਗੀ ਰਹਿੰਦੀ ਆ, ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਤਿੰਨ ਕੋ ਮਿਲਿਓ ਪ੍ਰਭ ਵਿਨਾਸ਼, ਕਹਿੰਦੇ ਜਿਹਨਾਂ ਨੂੰ ਪਿਆਸ ਲੱਗੀ ਰਹਿੰਦੀ ਪਰਮਾਤਮਾ ਦੇ ਨਾਮ ਦੀ, ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ। ਅਵਿਨਾਸ਼ ਤੋਂ ਭਾਵ ਜਿਹੜਾ ਨਾਸ਼ ਰਹਿਤ ਆ, ਪਰ ਮਿਲਦੀ ਉਹਨਾਂ ਨੂੰ ਆ ਜਿਹਨਾਂ ਨੂੰ ਪਿਆਸ ਲੱਗਦੀ। ਵੇਖੋ ਜਦੋਂ ਪਿਆਸ ਲੱਗਦੀ ਅਸੀਂ ਪਾਣੀ ਕੋਲ ਜਾਂਦੇ ਹਾਂ, ਪਾਣੀ ਮੰਗਦੇ ਹਾਂ ਜਾਂ ਪਾਣੀ ਪੀਂਦੇ ਹਾਂ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਨੂੰ ਲੱਭਦੇ ਆ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ, ਕਿਉਂਕਿ ਉਹ ਖੋਜ ਕਰਦੇ ਪਰਮਾਤਮਾ ਦੀ, ਉਹਦਾ ਬੰਦਗੀ ਕਰਦੇ, ਭਜਨ ਕਰਦੇ, ਸਿਮਰਨ ਕਰਦੇ ਆ, ਔਰ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਆ। ਉਹਨਾਂ ਨੂੰ ਸੰਸਾਰਿਕ ਪਦਾਰਥਾਂ ਦੇ ਨਾਲ ਬਹੁਤਾ ਵਾਸਤਾ ਨਹੀਂ ਹੁੰਦਾ, ਸਿਰਫ ਭੋਗਦੇ ਆ ਉਹ ਆਪਣੇ ਜੀਵਨ ਵਾਸਤੇ, ਖਾਣ ਪੀਂਦੇ ਆ, ਖਾਂਦੇ ਪੀਂਦੇ ਆ, ਆਪਣੇ ਜੀਵਨ ਦਾ ਆਨੰਦ ਵੀ ਲੈਂਦੇ ਆ, ਪਰ ਪਰਮਾਤਮਾ ਦੇ ਨਾਲ ਸੁਰਤੀ ਜੁੜੀ ਰਹਿੰਦੀ ਉਹਨਾਂ ਦੀ। ਅਤੇ ਇਹੋ ਜਿਹੇ ਜਿਹੜੇ ਇਨਸਾਨ ਆ, ਇਹੋ ਜਿਹੇ ਜਿਹੜੇ ਭਗਤ ਆ, ਇਹੋ ਜਿਹੜੇ ਲੋਕ ਆ, ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ। ਕਈ ਕੋਟ ਮੰਗੇ ਸਤਸੰਗ, ਕਰੋੜਾਂ ਹੀ ਅਤੇ ਜੀਵ ਜਿਹੜੇ ਸਤਸੰਗ ਮੰਗਦੇ, ਜਿੱਥੇ ਇੱਕੋ ਨਾਮ ਵਿਖਾਣੀ, ਇੱਕ ਪਰਮਾਤਮਾ ਦੀ ਉਸਤਤ ਹੁੰਦੀ ਹੈ। ਸਤਸੰਗਤ ਐਸੀ ਜਾਣੀ ਜਿੱਥੇ ਇੱਕੋ ਨਾਮ ਵਿਖਾਣੀ। ਪਾਰ ਬ੍ਰਹਮ ਤਿਨ ਲਾਗਾ ਰੰਗ, ਉਹਨਾਂ ਨੂੰ ਪਰਮਾਤਮਾ ਦਾ ਰੰਗ ਲੱਗਾ ਹੋਇਆ ਵਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਉਹਨਾਂ ਨੂੰ ਉਹ ਸੂਰਮੇ ਆ ਜਿਨ੍ਹਾਂ ਨੂੰ ਇਸ ਯੁੱਗ ਦੇ ਵਿੱਚ ਪਰਮਾਤਮਾ ਦਾ ਰੰਗ ਲੱਗਾ ਹੋਇਆ ਵਾ, ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ। ਜਿਨ ਕੋ ਹੋਏ ਆਪ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ। ਜਦੋਂ ਜਿਹ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ, ਜਿਸ 'ਤੇ ਪਰਮਾਤਮਾ ਦੀ ਪ੍ਰਸੰਨਤਾ ਹੋ ਜਾਂਦੀ ਆ, ਖੁਸ਼ੀ ਹੋ ਜਾਂਦੀ ਆ, ਜੇ ਤੋਂ ਪਰਮਾਤਮਾ, ਜਿਵੇਂ ਅਸੀਂ ਆਪਣੇ ਮਾਂ ਪਿਓ ਨੂੰ ਚੰਗੇ ਕੰਮ ਕਰਕੇ, ਪੜ੍ਹ ਲਿਖ ਕੇ ਜਾਂ ਕੋਈ ਵਧੀਆ ਕੰਮ ਕਰਕੇ ਆਪਣੇ ਮਾਂ ਪਿਓ ਨੂੰ ਪ੍ਰਸੰਨ ਕਰਦੇ ਆ ਨਾ, ਕੁਛ ਕਰਦੇ ਆ। ਜਾਂ ਜਿਵੇਂ ਕਈ ਖੇਡਾਂ ਵਿੱਚ ਜਿਹੜੇ ਆ ਤਗਮੇ ਹਾਸਲ ਕਰਦੇ ਆ, ਮਿਹਨਤ ਕਰਦੇ ਜਦੋਂ, ਅਤੇ ਦੇਸ਼ ਦਾ ਨਾਮ ਉੱਚਾ ਕਰਦੇ ਆ, ਨਾਲ ਆਪਣਾ ਵੀ ਉਹਨਾਂ ਦਾ ਹੁੰਦਾ ਵਾ। ਅਤੇ ਉਦੋਂ ਫਿਰ ਜਿਵੇਂ ਇਸੇ ਤਰ੍ਹਾਂ ਪਰਮਾਤਮਾ ਵੀ ਜਦੋਂ ਅਸੀਂ ਉਹਦੀ ਭਗਤੀ ਕਰਦੇ ਹਾਂ, ਉਹਦਾ ਨਾਮ ਜਪਦੇ ਹਾਂ, ਉਹਦੀ ਬੰਦਗੀ ਕਰਦੇ ਹਾਂ, ਉਹਦੇ ਹੁਕਮ ਵਿੱਚ ਚੱਲਦੇ ਹਾਂ, ਮਾੜੇ ਕੰਮਾਂ ਤੋਂ ਦੂਰ ਰਹਿੰਦੇ ਹਾਂ, ਜਦੋਂ ਪਰਮਾਤਮਾ ਖੁਸ਼ ਹੋ ਜਾਂਦਾ, ਕਹਿੰਦੇ ਨਾਨਕ ਤੇ ਜਨ ਸਦਾ ਧੰਨ ਧੰਨ। ਅਤੇ ਫਿਰ ਉਹ ਜਿਹੜੇ ਜਨ ਆ, ਉਹ ਜਿਹੜੇ ਮਨੁੱਖ ਆ, ਉਹ ਧੰਨ ਹੋ ਜਾਂਦੇ ਆ। ਕਹਿਣ ਤੋਂ ਭਾਵ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ ਰਹਿੰਦਾ, ਜਾਣੀ ਕਿ ਉਹ ਫਿਰ ਕਿਸੇ ਕਿਸਮ ਤੋਂ, ਕਹਿਣ ਤੋਂ ਭਾਵ ਕਿ ਉਹਨਾਂ ਨੂੰ ਸਭ ਕੁਝ ਉਹਨਾਂ ਦੇ ਕੋਲ ਹੋ ਜਾਂਦਾ ਵਾ। ਸੋ ਆਪਾਂ ਜਿਹੜੀਆਂ ਵਾ 6 ਜਿਹੜੇ ਪਦੇ ਜਿਹੜੇ ਆ ਉਹ ਵਿਚਾਰੇ ਅੱਜ, ਔਰ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਦਾਸ ਕੋਲੋਂ ਗਲਤੀਆਂ ਹੋ ਗਈਆਂ ਹੋਣਗੀਆਂ, ਤਰੁੱਟੀਆਂ ਰਹਿ ਜਾਂਦੀਆਂ ਗੁਰਬਾਣੀ ਦੀਆਂ। ਉਹ ਗੁਰਬਾਣੀ ਜਿਹੜੀ ਆ ਬੜੀ ਡੂੰਘੀ, ਇਹਦੇ ਭਾਵ ਅਰਥ ਜਿਹੜੇ ਬੜੇ ਡੂੰਘੇ, ਜਿੰਨੀ ਵਿਆਖਿਆ ਕਰੀ ਜਾਊਗੀ ਉਨੀ ਥੋੜ੍ਹੀ ਆ। ਗੁਰਬਾਣੀ ਇੱਕ ਜਿਹਾ ਸਮੁੰਦਰ ਆ, ਤੁਸੀਂ ਜਿੰਨੇ ਗੋਤੇ ਲਾਓਗੇ, ਜਿੰਨਾ ਤੁਸੀਂ ਟੁੱਬੀਆਂ ਲਾਓਗੇ, ਇਹਦੇ ਵਿੱਚ ਓਨਾ ਹੀ ਤੁਹਾਨੂੰ ਜਿਹੜਾ ਵਾ ਕੁਝ ਨਾ ਕੁਝ ਲੱਭੂਗਾ। ਰਤਨ ਸਮੁੰਦ ਆ, ਰਤਨ ਹੀ ਲੱਭਣੇ ਆ, ਚੰਗੇ ਗੁਣ ਹੀ ਲੱਭਣੇ ਆ। ਸੋ ਕਹਿਣ ਤੋਂ ਆਪਣੀ ਮੁਰਾਦ ਇਹ ਆ ਕਿ ਆਪਾਂ ਜਿੰਨਾ ਗੁਰਬਾਣੀ ਨੂੰ ਪੜ੍ਹਾਂਗੇ, ਜਿੰਨਾ ਵਾਚਾਂਗੇ, ਜਿੰਨਾ ਸੁਣਾਂਗੇ, ਜਿੰਨਾ ਹੀ ਇਹਨੂੰ ਵਿਚਾਰ ਕਰਾਂਗੇ, ਭਾਵੇਂ ਜੇ ਇੱਕ ਸ਼ਬਦ ਦੀ ਜਿਹੜੀ ਆ 2-2 ਘੰਟੇ ਵਿਆਖਿਆ ਕਰ ਲਓ, ਉਹ ਵੀ ਥੋੜ੍ਹੀ ਹੈ। ਕਿ ਬੜਾ ਜਿਹੜਾ ਗਿਆਨ ਜਿਹੜਾ ਵਾ ਗੁਰਬਾਣੀ ਤੋਂ ਸਾਨੂੰ ਮਿਲਦਾ ਵਾ, ਸਿੱਖਣ ਨੂੰ ਮਿਲਦਾ ਵਾ, ਸਾਡੇ ਜੀਵਨ ਦੀ ਇੱਕ ਸੇਧ ਆ, ਇੱਕ ਚਾਨਣ ਮਨਾਰਾ ਵਾ। ਅਤੇ ਇਸ ਕਰਕੇ ਇਹਦਾ ਅੰਤ ਨਹੀਂ ਕੋਈ ਪਾ ਸਕਦਾ। ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ
बहुविध अनेक प्रकार। सो बेण मेरे कोलों विचारां करदियां दास कोलों एक नहीं नेक प्रकार दीयां गलतियां हो गईयां, त्रुटियां रह गईयां, अनजान बच्चे समझ के साध संगत जी ते साहिब श्री गुरु ग्रंथ साहिब जी जिहड़ा वा माफ़ करना, होईयां भुलां दी खिमा जिहड़ी आ वो करनी जाच के मैं, और ਜਿਹੜੇ ਉਪਦੇਸ਼ ਆਪ ਜੀ ਨੂੰ ਚੰਗੇ ਲੱਗੇ ਉਹ ਆਪਣੇ ਹਿਰਦੇ ਵਿੱਚ ਵਸਾਉਣਾ, ਕਿਉਂਕਿ ਪ੍ਰਮਾਤਮਾ ਦੇ ਗੁਣਾਂ ਨੂੰ ਬਿਆਨ ਕੀਤਾ ਗਿਆ ਵਾ ਕਿ ਪ੍ਰਮਾਤਮਾ ਨੇ ਆਪਣੇ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਰਚੀ ਆ ਔਰ ਉਹਦੇ ਭੇਦ ਨੂੰ ਕੋਈ ਨਹੀਂ ਪਾ ਸਕਦਾ। ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਕਿ ਪ੍ਰਮਾਤਮਾ ਨੂੰ ਜੇ ਕੋਈ ਜਾਣ ਸਕਦਾ ਤੇ ਪ੍ਰਮਾਤਮਾ ਖੁਦ ਆਪ ਹੀ ਜਾਣ ਸਕਦਾ ਵਾ। ਉਹਨੂੰ ਹੀ ਪਤਾ ਵਾ ਪ੍ਰਮਾਤਮਾ ਨੂੰ ਕਿ ਉਹ ਕਿੱਡਾ ਵੱਡਾ ਵਾ। ਮਨੁੱਖ ਦੀ ਏਡੀ ਵੱਡੀ ਸਮਝ ਨਹੀਂ ਹੈਗੀ। ਬੇਸ਼ੱਕ ਬੰਦਾ ਜਿਹੜਾ ਵਾ ਚੰਦਰਮਾ ਤੱਕ ਜਾ ਆਇਆ ਵਾ, ਪਰ ਫਿਰ ਵੀ ਉਹਦੇ ਬੜਾ ਕੁਛ ਅਜੇ ਲੱਭਣ ਦੇ ਲਈ ਉਹ ਜਿਹੜਾ ਵਾ ਅਜੇ ਬੜੇ ਗ੍ਰਹਿ ਹੋ ਰਿਹਾ। ਕਹਿਣ ਤੋਂ ਮਤਲਬ ਕਿ ਬੰਦੇ ਦੀ ਜਿਹੜੀ ਇੰਨੀ ਆਪਣੇ ਵਿੱਚ ਤਾਕਤ ਨਹੀਂ ਹੈਗੀ ਕਿ ਉਹ ਇਹਦੀ ਕੁਦਰਤ ਦਾ ਭੇਦ ਪਾ ਸਕੇ। ਗੁਰੂ ਸਾਹਿਬਾਨ ਨੇ ਸਾਨੂੰ ਬੜੇ ਸੋਹਣੇ ਉਪਦੇਸ਼ ਦਿੱਤੇ 10ਵੀਂ ਅਸ਼ਟਪਦੀ ਦੇ ਵਿੱਚ ਸਮਝਾਇਆ ਵਾ ਕਿ ਪਰਮਾਤਮਾ ਦੇ ਜਿਹੜੇ ਆ ਗੁਣਾਂ ਦਾ ਜਿਹੜਾ ਵਾ ਉਹ ਅੰਤ ਨਹੀਂ ਕੋਈ ਪਾ ਸਕਦਾ, ਕਿ ਪਰਮਾਤਮਾ ਨੇ ਕਿਵੇਂ ਸ੍ਰਿਸ਼ਟੀ ਸਾਜੀ ਆ, ਕਿਵੇਂ ਉਹਦੇ ਕਿਹੜੇ ਕਿਸ ਤਰ੍ਹਾਂ ਦੇ ਉਹਦੇ ਰੰਗ ਆ, ਕਿਵੇਂ ਉਹ ਸਾਰੇ ਸਿਸਟਮ ਨੂੰ ਪਰਮਾਤਮਾ ਖੁਦ ਚਲਾ ਰਿਹਾ ਵਾ। ਬੰਦੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਬੰਦਾ ਚਿੰਤਾ ਰਹਿਤ ਰਵੇ ਔਰ ਕੋਈ ਚਿੰਤਾ ਨਾ ਕਰੇ, ਕਿਉਂਕਿ ਚਿੰਤਾ ਜਿਹੜੀ ਆ ਉਹ ਚਿਖਾ ਬਰਾਬਰੀ ਆ। ਚਿੰਤਾ ਜਿਹੜਾ ਇੱਕ ਵੱਡਾ ਰੋਗ ਆ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ, ਕਿ ਪਰਮਾਤਮਾ ਜਿਹੜਾ ਵਾ ਜਿਹੜੇ ਜਲ ਦੇ ਵਿੱਚ ਜੀਵ ਜੰਤੂ ਰਹਿੰਦੇ ਆ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ। ਅਸੀਂ ਤੇ ਜਿਹੜੇ ਇਨਸਾਨ ਆ ਅਸੀਂ ਆਪਣਾ ਫਿਕਰ ਕਰੀ ਜਾਂਦੇ ਆ, ਪਰਮਾਤਮਾ ਨੂੰ ਸਭ ਦਾ ਫਿਕਰ ਹੈ। ਸੋ ਹਰ ਵੇਲੇ ਜਦੋਂ ਵੀ ਤੁਹਾਡਾ ਪਹਿਲੀ ਤੇ ਗੱਲ ਇਹ ਆ ਕਿ ਪਰਮਾਤਮਾ ਦੇ ਨਾਲ ਲਿਵ ਲੱਗੀ ਰਹਿਣੀ ਚਾਹੀਦੀ ਆ, ਉਹਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਆਪਣੇ ਜਿਹੜਾ ਵਾ ਹੱਥਕਾਰ ਵੱਲ ਅਤੇ ਚਿੱਤ ਕਰਤਾਰ ਵੱਲ ਜਿਹੜਾ ਹੋਵੇ, ਆਪਣੇ ਹੱਥਾਂ ਨੂੰ ਜਿਹੜਾ ਉਹਦੇ ਨਾਲ ਮਿਹਨਤ ਕਰਨੀ ਆ ਔਰ ਚੰਗੇ ਕਰਮ ਕਰਨੇ ਆ, ਅਤੇ ਜਿਹੜਾ ਸਾਡਾ ਮਨ ਆ ਉਹ ਨਿਰੰਕਾਰ ਵੱਲ ਉਸ ਪਰਮਾਤਮਾ ਵੱਲ ਉਸ ਕਰਤਾਰ ਵੱਲ ਜਿਹੜਾ ਲੱਗਾ ਰਹਿਣਾ ਚਾਹੀਦਾ ਵਾ। ਕਿਉਂਕਿ ਜਦੋਂ ਸਾਡਾ ਪਰਮਾਤਮਾ ਦੇ ਨਾਲ ਸਾਡਾ ਮਨ ਜੁੜਿਆ ਹੋਊਗਾ ਨਾ, ਜਦੋਂ ਅਸੀਂ ਗੁਰਮੁਖ ਬਣ ਜਾਵਾਂਗੇ ਅਤੇ ਫਿਰ ਅਸੀਂ ਜਿਹੜੇ ਹਮੇਸ਼ਾ ਚੰਗੇ ਕੰਮ ਹੀ ਕਰਾਂਗੇ। ਉਹ ਗੁਰੂ ਸਾਹਿਬ ਨੇ ਸਾਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਆ। ਮਨਮੁਖ ਜਿਹੜੇ ਬੰਦੇ ਆ ਉਹ ਆਪਣੀ ਇੱਜ਼ਤ ਵੀ ਗਵਾ ਬੈਂਦੇ ਆ, ਪੱਤ ਵੀ ਗਵਾ ਬੈਂਦੇ ਆ, ਚੋਟਾਂ ਖਾਂਦੇ ਆ ਮਨਮੁਖ ਜਿਹੜੇ ਬੰਦੇ। ਅਤੇ ਗੁਰਮੁਖ ਜਿਹੜੇ ਆ ਉਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਗੁਰਮੁਖ ਜਿਹੜੇ ਆ ਜੀਵਨ ਆਪਣਾ ਸਵਾਰ ਲੈਂਦੇ ਆ ਔਰ ਦਰਗਾਹ ਦੇ ਵਿੱਚ ਜਿਹੜਾ ਉਹਨਾਂ ਨੂੰ ਮਾਣ ਮਿਲਦਾ ਵਾ, ਇੱਜ਼ਤ ਮਿਲਦੀ ਹੈ। ਕਿਉਂਕਿ ਜੀਵਨ ਇੱਕੋ ਵਾਰੀ ਮਿਲਿਆ, ਦੁਬਾਰਾ ਨਹੀਂ ਮਿਲਣਾ ਇਹ। ਅਤੇ ਇਹਦਾ ਜਿੰਨੀ ਆਪਾਂ ਯੋਗ ਵਰਤੋਂ ਕਰ ਸਕਦੇ ਹਾਂ, ਜਿੰਨਾ ਹੀ ਆਪਾਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ। ਗੁਰੂ ਸਾਹਿਬਾਨ ਨੇ ਬੜੀ ਵਡਮੁੱਲੀ ਅਨਮੋਲ ਜਿਹਦਾ ਕੋਈ ਮੁੱਲ ਹੀ ਨਹੀਂ, ਉਹ ਗੁਰਬਾਣੀ ਸਾਨੂੰ ਰਚਨਾ ਜਿਹੜੀ ਹੈ ਬਾਣੀ ਰਚਨਾ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਾਰੀ ਬਾਣੀ ਜਿਹੜੀ ਪੂਜਣਯੋਗ ਆ ਔਰ ਇਹਦੇ ਵਿੱਚ ਸਭ ਤਰ੍ਹਾਂ ਦਾ ਗਿਆਨ ਆ, ਸਾਨੂੰ ਸਾਰੀ ਸਮਝ ਆ। ਅਧਿਆਤਮਿਕ ਗਿਆਨ ਦੇ ਨਾਲ ਨਾਲ ਜੀਵਨ ਦੇ ਸੰਬੰਧੀ ਵੀ ਬੜਾ ਕੁਝ ਦੱਸਿਆ ਵਾ। ਕਿਸ ਤਰ੍ਹਾਂ ਅਸੀਂ ਜੀਵਨ ਜੀਣਾ ਵਾ, ਕਿਸ ਤਰ੍ਹਾਂ ਅਸੀਂ ਪਾਪਾਂ ਤੋਂ ਬਚਣਾ ਵਾ, ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਵਾ, ਕਿਵੇਂ ਨਿਖਾਰਨਾ ਆਪਣੀ। ਬੜਾ ਕੁਝ ਜਿਹੜਾ ਗੁਰੂ ਸਾਹਿਬਾਨ ਨੇ ਗੁਰਬਾਣੀ ਜਿਹੜੀ ਲਿਖੀ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ, ਇਹ ਸਭ ਤੋਂ ਵੱਡੇ ਸਾਡੇ ਜਿਹੜੇ ਆ ਗਿਆਨ ਦੇ ਜਿਹੜੇ ਸੌਮੇ ਆ। ਇਹਨਾਂ ਦੇ ਵਿੱਚ ਬੜਾ ਕੁਝ ਜਿਹੜਾ ਵਾ ਸਾਨੂੰ ਸਿੱਖਣ ਲਈ ਮਿਲਦਾ ਵਾ। ਸੋ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅਤੇ ਗੁਰੂ ਵਾਲੇ ਬਣੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ। ਅੰਮ੍ਰਿਤ ਛਕੋ, ਆਪਣੇ ਜੀਵਨ ਨੂੰ ਸੋਹਣਾ ਬਣਾਓ ਔਰ ਗੁਰੂ ਸਾਹਿਬ ਦੇ ਉਪਦੇਸ਼ਾਂ 'ਤੇ ਵੀ ਚੱਲੀਏ। ਆਪਾਂ ਰੋਜ਼ ਅਰਦਾਸ ਕਰਿਆ ਕਰੀਏ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਸਿੱਖਿਆ 'ਤੇ ਚੱਲ ਸਕੀਏ। ਜਿਹੜੇ ਹੁਕਮਨਾਮੇ ਮਿਲਦੇ ਆ, ਜਿਹੜੇ ਆਪਾਂ ਸ਼ਬਦ ਪੜ੍ਹਦੇ ਹਾਂ, ਉਹਨਾਂ ਦੇ ਮੁਤਾਬਕ ਆਪਣੀ ਕਿਤੇ ਜੀਵਨ ਹੋ ਜੇ ਅਤੇ ਸਾਡਾ ਜਿਹੜਾ ਜੀਵਨ ਆ ਉਹ ਵੱਡੇ ਹੋਣ ਯੋਗ ਬਣ ਜਾਏਗਾ। ਸੋ ਅਨੇਕਾਂ ਜਿਹੜੀਆਂ ਸਾਨੂੰ ਜਿਹੜੀਆਂ ਵਾ ਜੀਵਨ ਜੁਗਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਿੱਖਣ ਨੂੰ ਮਿਲਦੀਆਂ ਵਾ, ਅਤੇ ਜਿੰਨਾ ਹੋ ਸਕਦਾ ਗੁਰਬਾਣੀ ਨੂੰ ਪੜ੍ਹਿਆ ਕਰੋ, ਗੁਰਬਾਣੀ ਵਿਚਾਰ ਕਰਿਆ ਕਰੋ। ਗੁਰਬਾਣੀ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ। ਗੁਰਬਾਣੀ ਸਾਡੇ ਹੈ ਹੀ ਜੀਵਨ ਵਾਸਤੇ ਆ।
ਸੋ ਇਸ ਕਰਕੇ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਹਿਬ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਸਾਹਿਬ ਨੂੰ ਨਿਸਤਾਰ ਦਿੰਦੇ ਆ, ਉਹਨੂੰ ਤਾਰ ਦਿੰਦੇ ਆ, ਕਿਉਂਕਿ ਬਾਣੀ ਜਿਹੜੀ ਆ ਇਹ ਗੁਰੂ ਸਾਹਿਬਾਨਾਂ ਨੇ ਜਿਹੜੀ ਆ ਕਿ ਅਗ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਬਾਣੀ ਆ ਸਾਨੂੰ ਧੁਰੋਂ ਹੀ ਆਈ, ਪਰਮਾਤਮਾ ਵੱਲੋਂ ਹੀ ਆਈ ਹੈ ਔਰ ਇਹਨੇ ਸਾਰੀਆਂ ਚਿੰਤਾਵਾਂ ਜਿਹੜੀਆਂ ਖਤਮ ਕੀਤੀਆਂ ਵਾ। ਸੋ ਅਸੀਂ ਵੀ ਬਾਣੀ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਚਿੰਤਾਵਾਂ ਤੋਂ ਮੁਕਤ ਰਹੀਏ, ਖੁਸ਼ ਰਹੀਏ, ਜੀਵਨ ਦਾ ਆਨੰਦ ਮਾਣੀਏ ਔਰ ਗੁਰੂ ਨਾਲ ਜੁੜੇ ਰਹੀਏ। ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।